ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਇੱਕ ਦੁਖੀ ਫਿਲਿਸਤੀਨੀ ਵੱਲੋਂ ਰਾਸ਼ਟਰਪਤੀ ਬਾਈਡਨ ਨੂੰ ਇੱਕ ਪੱਤਰ। ਟਰੰਪ 2024 ਦੀਆਂ ਚੋਣਾਂ ਵਿੱਚ ਅੱਗੇ, ਯੁੱਧ ਅਤੇ ਆਰਥਿਕਤਾ ਦੇ ਡਰ ਨੇ ਬਾਈਡਨ ਨੂੰ ਠੇਸ ਪਹੁੰਚਾਈ। ਅਮਰੀਕੀ ਰਾਸ਼ਟਰਪਤੀ ਚੋਣਾਂ, ਹੇਲੀ ਤੇ ਰਾਮਾਸਵਾਮੀ ਇੱਕ ਦੂਜੇ ਨੂੰ ਦੇ ਰਹੇ ਸਖਤ ਟੱਕਰ। ਇਜ਼ਰਾਈਲ ਹਮਾਸ ਯੁੱਧ, ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੇ ਕਿਹਾ ਗਾਜ਼ਾ ਵਿੱਚ ਜੰਗਬੰਦੀ ਨਹੀਂ। ਇਜ਼ਰਾਈਲ ਹਮਾਸ ਯੁੱਧ, ਹਜ਼ਾਰਾਂ ਲੋਕਾਂ ਨੇ ਫਿਲਿਸਤੀਨ ਦੇ ਸਮਰਥਨ ਵਿੱਚ ਵਾਈਟ ਹਾਊਸ ਦਾ ਕੀਤਾ ਘਿਰਾਓ। ਗਾਜ਼ਾ ਵਿੱਚ ਫਸੇ ਸੈਂਕੜੇ ਕੈਨੇਡੀਅਨ ਲੋਕਾਂ ਦੀ ਅੱਜ ਸੰਭਾਵਿਤ ਰੂਪ ਨਾਲ ਨਿਕਲਣ ਦੀ ਤਿਆਰੀ। ਹੁਣ ਖਬਰਾਂ ਵਿਸਥਾਰ ਦੇ ਵਿੱਚ। ਇੱਕ ਦੁਖੀ ਫਿਲਿਸਤੀਨੀ ਵੱਲੋਂ ਰਾਸ਼ਟਰਪਤੀ ਬਾਈਡਨ ਨੂੰ ਇੱਕ ਪੱਤਰ। ਡੀਅਰ ਪ੍ਰੈਜ਼ੀਡੈਂਟ ਬਾਈਡਨ, ਮੈਂ ਸਿਰਫ ਇੱਕ ਦਿਨ ਵਿੱਚ ਗਾਜ਼ਾ ਵਿੱਚ ਆਪਣੇ ਪਰਿਵਾਰ ਦੇ 36 ਮੈਂਬਰਾਂ ਨੂੰ ਗਵਾ ਦਿੱਤਾ ਹੈ। ਵੀਰਵਾਰ ਸਵੇਰੇ 26 ਅਕਤੂਬਰ ਨੂੰ ਇਸ ਵਾਰ ਇਜ਼ਰਾਈਲ ਨੇ ਮੇਰੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਮਾਰ ਦਿੱਤਾ। ਅਪਰਾਧ ਦ੍ਰਿਸ਼ ਗਾਜ਼ਾ ਪੱਟੀ ਦੇ ਦੱਖਣੀ ਹਿੱਸੇ ਵਿੱਚ ਖਾਨ ਯੂਨਿਸ ਸ਼ਰਨਾਰਥੀ ਕੈਂਪ ਦਾ ਸੀ। ਉੱਤਰ ਵਿੱਚ ਨਹੀਂ, ਪਰ ਦੱਖਣ ਵਿੱਚ, ਜਿੱਥੇ ਇਜ਼ਰਾਈਲੀ ਫੌਜ ਦੇ ਅਨੁਸਾਰ ਲੋਕ ਸੁਰੱਖਿਅਤ ਹੋਣੇ ਚਾਹੀਦੇ ਸਨ। ਕੈਂਪ ਦਾ ਇੱਕ ਪੂਰਾ ਰਿਹਾਇਸ਼ੀ ਕੁਆਟਰ, ਜਿੱਥੇ ਮੇਰਾ ਜਨਮ ਹੋਇਆ, ਪਾਲਣ ਪੋਸ਼ਣ ਹੋਇਆ, ਨਸਲਵਾਦੀ ਇਜ਼ਰਾਈਲੀ ਦੁਆਰਾ ਬੇਰਹਿਮੀ ਨਾਲ ਬੰਬਾਰੀ ਕੀਤੀ ਗਈ ਅਤੇ ਮਲਬੇ ਵਿੱਚ ਕਟਾ ਦਿੱਤਾ ਗਿਆ। ਉੱਥੋਂ ਦੇ ਲੋਕਾਂ ਨੇ ਇਸ ਨੂੰ ਭੁਚਾਲ ਵਾਂਗ ਮਹਿਸੂਸ ਕੀਤਾ, ਇੱਕ ਬੇਰਹਿਮ ਮਨੁੱਖ ਦੁਆਰਾ ਬਣਾਇਆ ਗਿਆ ਭੁਚਾਲ। ਇਸ ਨੇ 47 ਰੂਹਾਂ ਨੂੰ ਧਰਤੀ ਤੇ ਯਾਤਰਾ ਖਤਮ ਕਰਨ ਲਈ ਮਜਬੂਰ ਕਰ ਦਿੱਤਾ। ਉਹਨਾਂ ਵਿੱਚੋਂ 36 ਸਿੱਧੇ ਮੇਰੇ ਪਰਿਵਾਰ ਦੇ ਸਨ ਅਤੇ ਬਾਕੀ ਲੋਕ ਆਪਣੇ ਘਰਾਂ ਵਿੱਚ ਸ਼ਰਨ ਲੈ ਰਹੇ ਸਨ, ਜੋ ਕਿ ਪਰਮ ਵਿੱਚ ਸੁਰੱਖਿਆ ਦੀ ਮੰਗ ਕਰਦੇ ਸਨ। ਮਿਸਟਰ ਬਾਈਡਨ, 2.5 ਸਾਲ ਪਹਿਲਾਂ ਜਾਰਜ ਫਲਾਇਡ ਦੇ ਮੁਕੱਦਮੇ ਵਿੱਚ ਦੋਸ਼ੀ ਠਹਿਰਾਏ ਜਾਣ ਦੇ ਮੌਕੇ ਤੇ ਵਾਈਟ ਹਾਊਸ ਵਿੱਚ ਇੱਕ ਭਾਸ਼ਣ ਵਿੱਚ ਤੁਸੀਂ ਉਹਨਾਂ ਲੋਕਾਂ ਦੇ ਸਾਂਝੇ ਉਦੇਸ਼ ਬਾਰੇ ਗੱਲ ਕੀਤੀ ਸੀ ਜੋ ਇਹ ਕਹਿਣ ਲਈ ਉੱਠੇ ਸਨ ਕਿ ਬਲੈਕ ਲਾਈਫ ਮੈਟਰਸ। ਪਰ ਫਿਲਿਸਤੀਨ ਵਿੱਚ ਇਹ ਘਟਨਾ ਵਾਪਰ ਰਹੀ ਹੈ ਔਰ ਇਜ਼ਰਾਈਲ ਤੁਹਾਨੂੰ ਇਸ ਦੇ ਉੱਤੇ ਮੁਬਾਰਕਬਾਦ ਦੇ ਰਿਹਾ ਹੈ। ਕਾਫੀ ਹੈ, ਇਹ ਮੂਰਖਤਾਪੂਰਨ ਕਤਲ ਹੁਣ ਬਹੁਤ ਹੋ ਗਏ, ਇਸ ਨੂੰ ਬੰਦ ਕੀਤਾ ਜਾਵੇ। ਐਤਵਾਰ ਨੂੰ ਦੋ ਪੋਲਾਂ ਨੇ ਦਿਖਾਇਆ ਕਿ ਜੋ ਬਾਈਡਨ ਨੇ ਡੋਨਾਲਡ ਟਰੰਪ ਨੂੰ ਆਰਥਿਕਤਾ ਨੂੰ ਲੈ ਕੇ ਚਿੰਤਾਵਾਂ ਦੇ ਤੌਰ ਤੇ ਪਿੱਛੇ ਛੱਡ ਦਿੱਤਾ ਹੈ ਅਤੇ ਇਜ਼ਰਾਈਲ ਹਮਾਸ ਯੁੱਧ ਨੂੰ ਲੈ ਕੇ ਡੈਮੋਕ੍ਰੈਟਿਕ ਪਾਰਟੀ ਦੇ ਅੰਦਰ ਫੁੱਟ ਨੇ ਅਮਰੀਕੀ ਰਾਸ਼ਟਰਪਤੀ ਦੀਆਂ 2024 ਦੀਆਂ ਮੁੜ ਚੋਣ ਦੀਆਂ ਸੰਭਾਵਨਾਵਾਂ ਨੂੰ ਹੇਠਾਂ ਖਿੱਚਿਆ। ਨਿਊਯਾਰਕ ਟਾਈਮਜ਼ ਦੇ ਇੱਕ ਸਰਵੇਖਣ ਵਿੱਚ ਪਾਇਆ ਗਿਆ ਕਿ ਬਾਈਡਨ 6 ਸਭ ਤੋਂ ਮਹੱਤਵਪੂਰਨ ਯੁੱਧ ਦੇ ਮੈਦਾਨ ਰਾਜਾਂ ਵਿੱਚ 5 ਵਿੱਚ ਟਰੰਪ ਦੇ ਪਿੱਛੇ ਸੀ, ਜੋ ਕਿ ਉਸ ਦੀ ਆਰਥਿਕਤਾ ਨੂੰ ਸੰਭਾਲਣ ਬਾਰੇ ਸ਼ੰਕਿਆ, ਉਸ ਦੀ ਉਮਰ ਬਾਰੇ ਸਵਾਲਾਂ ਅਤੇ ਇਜ਼ਰਾਈਲ ਹਮਾਸ ਟਕਰਾਓ ਵਰਗੇ ਹੋਰ ਮੁੱਦਿਆਂ ਤੇ ਅਸੰਤੁਸ਼ਟੀ ਕਾਰਨ ਪੈਦਾ ਹੋਇਆ ਸੀ। ਇੱਕ CBS ਨਿਊਜ਼ ਪੋਲ ਨੇ ਵੀ 2024 ਦੀਆਂ ਚੋਣਾਂ ਤੋਂ 1 ਸਾਲ ਪਹਿਲਾਂ ਟਰੰਪ ਨੂੰ ਬਾਈਡਨ ਤੋਂ ਅੱਗੇ ਦਿਖਾਇਆ। ਸਰਵੇਖਣ ਵਿੱਚ ਪਾਇਆ ਗਿਆ ਕਿ ਵਧੇਰੇ ਵੋਟਰਾਂ ਨੇ ਸੋਚਿਆ ਕਿ ਜੇ ਟਰੰਪ 2024 ਵਿੱਚ ਜਿੱਤ ਗਏ ਤਾਂ ਉਹ ਵਿੱਤੀ ਤੌਰ ਤੇ ਬਿਹਤਰ ਹੋਣਗੇ ਅਤੇ ਇਹ ਕਿ ਬਾਈਡਨ ਡੈਮੋਕ੍ਰੈਟਸ ਨੂੰ ਜਿੱਤਣ ਵਿੱਚ ਅਸਫਲ ਰਹੇ, ਜਿਸ ਤਰ੍ਹਾਂ ਟਰੰਪ ਨੇ ਰਿਪਬਲਿਕਨ ਨੂੰ ਯਕੀਨ ਦਿਵਾਇਆ ਸੀ। ਅਮਰੀਕੀ ਵੋਟਰ ਵਿਦੇਸ਼ੀ ਨੀਤੀ ਦੀ ਬਜਾਏ ਆਰਥਿਕਤਾ ਵਰਗੀਆਂ ਘਰੇਲੂ ਚਿੰਤਾਵਾਂ ਦੇ ਵੋਟ ਦਿੰਦੇ ਨੇ, ਪਰ ਦੋਵੇਂ ਪੋਲ ਦਰਸਾਉਂਦੇ ਨੇ ਕਿ ਬਾਈਡਨ ਨੂੰ ਰਾਸ਼ਟਰੀ ਸੁਰੱਖਿਆ ਸਮੇਤ ਕਈ ਮੁੱਦਿਆਂ ਵਿੱਚ ਵਿਆਪਕ ਅਸੰਤੁਸ਼ਟੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੋਟਰਾਂ ਨੇ ਕਿਹਾ ਕਿ ਉਹਨਾਂ ਨੇ ਅਰਥ ਵਿਵਸਥਾ ਤੇ ਬਾਈਡਨ ਤੇ ਟਰੰਪ ਦੇ ਕ੍ਰਮਵਾਰ 59% ਤੋਂ 37% ਤੱਕ ਭਰੋਸਾ ਕੀਤਾ, ਜੋ ਕਿ ਕਿਸੇ ਵੀ ਮੁੱਦੇ ਤੇ ਸਭ ਤੋਂ ਵੱਡਾ ਪਾੜਾ ਹੈ। ਨਿਊਯਾਰਕ ਟਾਈਮਜ਼ ਪੋਲ ਨੇ ਪਾਇਆ ਵੋਟਰਾਂ ਵਿੱਚ ਟਰੰਪ ਨੇ ਲਿੰਗ, ਉਮਰ, ਸਿੱਖਿਆ ਜਾਂ ਆਮਦਨੀ ਪੱਧਰ ਦੀ ਪਰਵਾਹ ਕੀਤੇ ਬਿਨਾਂ ਆਰਥਿਕਤਾ ਤੇ ਬਿਹਤਰ ਅੰਕ ਪ੍ਰਾਪਤ ਕੀਤੇ। ਨਿਊਯਾਰਕ ਟਾਈਮਜ਼ ਦੇ ਸਰਵੇਖਣ ਵਿੱਚ ਪਾਇਆ ਗਿਆ ਕਿ ਜੇਕਰ ਹੁਣ ਚੋਣ ਹੋ ਜਾਂਦੀ ਹੈ ਤਾਂ ਬਾਈਡਨ ਐਰੀਜ਼ੋਨਾ, ਜਾਰਜੀਆ, ਮਿਸ਼ੀਗਨ, ਨਵਾਡਾ ਅਤੇ ਪੈਨਸਿਲਵੇਨੀਆ ਦੇ ਯੁੱਧ ਦੇ ਮੈਦਾਨ ਵਿੱਚ 3 ਤੋਂ 10% ਅੰਕਾਂ ਦੇ ਫਰਕ ਨਾਲ ਟਰੰਪ ਤੋਂ ਹਾਰ ਜਾਣਗੇ। ਬਾਈਡਨ ਵਿਸਕਾਂਸਿਨ ਵਿੱਚ 2% ਅੰਕਾਂ ਨਾਲ ਅੱਗੇ ਨੇ। ਉਹਨਾਂ ਨੇ 2020 ਵਿੱਚ ਇਹਨਾਂ ਸਾਰੇ ਰਾਜਾਂ ਨੂੰ ਸੰਭਾਲਿਆ ਹੈ। ਅਮਰੀਕਾ ਵਿੱਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਦੀ ਉਮੀਦਵਾਰੀ ਦੀ ਦੌੜ ਵਿੱਚ ਭਾਰਤੀ ਮੂਲ ਦੀ ਨਿੱਕੀ ਹੈਲੀ ਤੇ ਵਿਵੇਕ ਰਾਮਾਸਵਾਮੀ ਇੱਕ ਦੂਜੇ ਨੂੰ ਸਖਤ ਚੁਣੌਤੀ ਦੇ ਰਹੇ ਨੇ। ਦੋਵਾਂ ਨੇਤਾਵਾਂ ਵਿਚਾਲੇ ਤਣਾਅ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਲ ਸੀ ਜਦੋਂ ਉਹ ਆਖਰੀ ਵਾਰ ਬਹਿਸ ਦੇ ਮੰਚ ਤੇ ਆਮੋ ਸਾਹਮਣੇ ਸਨ।
ਬਹਿਸ ਦੌਰਾਨ ਹੈਲੀ ਨੇ ਰਾਮਾਸਵਾਮੀ ਨੂੰ ਕਿਹਾ ਕਿ ਹਰ ਵਾਰ ਜਦੋਂ ਮੈਂ ਤੁਹਾਨੂੰ ਸੁਣਦੀ ਹਾਂ ਤਾਂ ਤੁਹਾਡੀਆਂ ਗੱਲਾਂ 'ਚੋਂ ਥੋੜੀ ਬੇਵਕੂਫੀ ਝਲਕਦੀ ਹੈ। ਇਸ ਤੇ ਰਾਮਾਸਵਾਮੀ ਨੇ ਕਿਹਾ ਕਿ ਜੇ ਅਸੀਂ ਇੱਥੇ ਬੈਠ ਕੇ ਨਿੱਜੀ ਟਿੱਪਣੀਆਂ ਨਾ ਕਰੀਏ ਤਾਂ ਰਿਪਬਲਿਕਨ ਪਾਰਟੀ ਵਿੱਚ ਸਾਡੀ ਬਿਹਤਰ ਸੇਵਾ ਹੋਵੇਗੀ। ਬੁੱਧਵਾਰ ਨੂੰ ਦੋਵੇਂ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਨੂੰ ਲੈ ਕੇ ਤੀਜੀ ਬਹਿਸ ਲਈ ਫਿਰ ਤੋਂ ਇੱਕ ਦੂਜੇ ਦੇ ਆਮੋ ਸਾਹਮਣੇ ਹੋਣਗੇ। ਇਜ਼ਰਾਈਲੀ ਹਮਾਸ ਯੁੱਧ ਦਰਮਿਆਨ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅਰਬ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਨੇ ਗਾਜ਼ਾ ਵਿੱਚ ਫਿਲਿਸਤੀਨੀ ਅਥਾਰਟੀ ਦੀ ਭੂਮਿਕਾ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ। ਉਹਨਾਂ ਨੇ ਕਿਹਾ ਕਿ ਗਾਜ਼ਾ ਪੱਟੀ ਦੇ ਭਵਿੱਖ ਲਈ ਫਿਲਿਸਤੀਨੀ ਅਥਾਰਟੀ ਨੂੰ ਕੇਂਦਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਐਂਟਨੀ ਨੇ ਮਹਿਮੂਦ ਅੱਬਾਸ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਅਮਰੀਕਾ ਦਾ ਮੰਨਣਾ ਹੈ ਕਿ ਗਾਜ਼ਾ ਵਿੱਚ ਅੱਗੇ ਜੋ ਵੀ ਹੋਵੇਗਾ ਉਸ ਵਿੱਚ ਫਿਲਿਸਤੀਨੀ ਅਥਾਰਟੀ ਨੂੰ ਕੇਂਦਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਹਾਲਾਂਕਿ ਬਲਿੰਕਨ ਨੇ ਅਰਬ ਦੇਸ਼ਾਂ ਦੇ ਨੇਤਾਵਾਂ ਦੀ ਜੰਗਬੰਦੀ ਦੀ ਮੰਗ ਨੂੰ ਖਾਰਜ ਕਰ ਦਿੱਤਾ। ਉਧਰ ਵਿਦੇਸ਼ ਵਿਭਾਗ ਨੇ ਬੁਲਾਰੇ ਮੈਥਿਊ ਮਿਲਰ ਨੇ ਬੈਠਕ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਲਿੰਕਨ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਅਮਰੀਕਾ ਗਾਜ਼ਾ ਵਿੱਚ ਸਹਾਇਤਾ ਪ੍ਰਾਪਤ ਕਰਨ ਅਤੇ ਉੱਥੇ ਜ਼ਰੂਰੀ ਸੇਵਾਵਾਂ ਨੂੰ ਬਹਾਲ ਕਰਨ ਲਈ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਹਮਾਸ ਲੜਾਕਿਆਂ ਨੇ 7 ਅਕਤੂਬਰ ਨੂੰ ਦੱਖਣੀ ਇਜ਼ਰਾਈਲ ਤੇ ਅਚਾਨਕ ਹਮਲਾ ਕਰ ਦਿੱਤਾ ਸੀ, ਜਿਸ ਵਿੱਚ 1400 ਲੋਕ ਮਾਰੇ ਗਏ ਸਨ ਅਤੇ 240 ਤੋਂ ਵੱਧ ਲੋਕਾਂ ਨੂੰ ਬੰਦਕ ਬਣਾ ਲਿਆ ਗਿਆ ਸੀ। ਇਸ ਤੋਂ ਬਾਅਦ ਇਜ਼ਰਾਈਲੀ ਫੌਜ ਨੇ ਹਮਾਸ ਖਿਲਾਫ ਕਾਰਵਾਈ ਸ਼ੁਰੂ ਕੀਤੀ। ਗਾਜ਼ਾ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਜ਼ਰਾਈਲ ਫੌਜ ਦੀ ਕਾਰਵਾਈ ਵਿੱਚ ਲਗਭਗ 9500 ਫਿਲਿਸਤੀਨੀ ਮਾਰੇ ਗਏ ਨੇ। ਫਿਲਿਸਤੀਨ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਵਾਈਟ ਹਾਊਸ ਵਾਸ਼ਿੰਗਟਨ ਡੀਸੀ ਦੇ ਗੇਟਾਂ ਨੂੰ ਘੇਰ ਲਿਆ। ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਹਮਾਸ ਅਤੇ ਇਜ਼ਰਾਈਲ ਵਿਚਕਾਰ ਭਿਆਨਕ ਯੁੱਧ ਚੱਲ ਰਿਹਾ ਹੈ। ਇਜ਼ਰਾਈਲ ਫੌਜ ਲਗਾਤਾਰ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸ ਦੌਰਾਨ ਫਿਲਿਸਤੀਨੀ ਸਮਰਥਕਾਂ ਨੇ ਅਮਰੀਕਾ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਵਾਈਟ ਹਾਊਸ ਨੂੰ ਘੇਰ ਲਿਆ। ਫਿਲਿਸਤੀਨੀ ਸਮਰਥਕਾਂ ਨੇ ਗਾਜ਼ਾ ਵਿੱਚ ਤੁਰੰਤ ਜੰਗਬੰਦੀ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਇਜ਼ਰਾਈਲ ਨੂੰ ਅਮਰੀਕੀ ਸਹਾਇਤਾ ਬੰਦ ਕਰਨ ਦੀ ਮੰਗ ਵੀ ਕੀਤੀ ਹੈ ਅਤੇ ਉਹਨਾਂ ਵੱਲੋਂ ਫਿਲਿਸਤੀਨ ਦੀ ਆਜ਼ਾਦੀ ਦੇ ਨਾਅਰੇ ਵੀ ਲਾਏ ਗਏ। ਪ੍ਰਦਰਸ਼ਨਕਾਰੀਆਂ ਨੇ ਫਿਲਿਸਤੀਨ ਦੇ ਸਮਰਥਨ ਵਿੱਚ ਵਾਈਟ ਹਾਊਸ ਦੇ ਸਾਹਮਣੇ ਲਾਲ ਝੰਡੇ ਲਹਿਰਾਏ। ਇਸ ਦੌਰਾਨ ਇਸ ਧਰਨੇ ਕਾਰਨ ਸੜਕਾਂ ਤੇ ਲੰਮਾ ਟ੍ਰੈਫਿਕ ਜਾਮ ਵੀ ਦੇਖਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਦਰਿਆ ਤੋਂ ਸਮੁੰਦਰ ਤੱਕ ਫਿਲਿਸਤੀਨ ਆਜ਼ਾਦ ਹੋਵੇਗਾ ਉਸ ਦੇ ਨਾਅਰੇ ਲਗਾਏ। ਜ਼ਿਆਦਾਤਰ ਨੌਜਵਾਨ ਫਿਲਿਸਤੀਨੀ ਝੰਡਿਆਂ ਨਾਲ ਕਾਲੇ ਅਤੇ ਚਿੱਟੇ ਕੱਪੜੇ ਪਹਿਨ ਕੇ ਸੜਕਾਂ ਤੇ ਉਤਰ ਆਏ। ਗਾਜ਼ਾ ਵਿੱਚ ਬੇਕਸੂਰ ਲੋਕਾਂ ਦੇ ਖੂਨ ਵਹਿਣ ਦਾ ਵਿਰੋਧ ਕਰ ਰਹੇ ਨੇ। ਪ੍ਰਦਰਸ਼ਨਕਾਰੀਆਂ ਦੁਆਰਾ ਵਾਈਟ ਹਾਊਸ ਦੇ ਗੇਟਾਂ ਤੇ ਲਾਲ ਰੰਗ ਦਾ ਛਿੜਕਾਅ ਵੀ ਕੀਤਾ ਗਿਆ। ਇਜ਼ਰਾਈਲ ਅਤੇ ਹਮਾਸ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੀ ਜੰਗ ਵਿੱਚ ਪਹਿਲਾਂ ਹੀ ਕਈ ਜਾਨਾਂ ਜਾ ਚੁੱਕੀਆਂ ਨੇ। ਇਜ਼ਰਾਈਲ ਹਮਾਸ ਦੇ ਨਾਲ-ਨਾਲ ਅੱਤਵਾਦੀ ਸੰਗਠਨ ਹਿਜ਼ਬੁੱਲਾ ਦੇ ਨਾਲ-ਨਾਲ ਜੰਗ ਲੜ ਰਿਹਾ ਹੈ। ਇਜ਼ਰਾਈਲ ਨੇ ਬੀਤੀ ਰਾਤ ਇੱਕ ਸ਼ਰਨਾਰਥੀ ਕੈਂਪ ਤੇ ਇੱਕ ਹੋਰ ਹਵਾਈ ਹਮਲਾ ਕੀਤਾ, ਜਿਸ ਵਿੱਚ ਘੱਟੋ-ਘੱਟ 51 ਫਿਲਿਸਤੀਨੀ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਿਲ ਨੇ। ਇਸ ਹਮਲੇ ਵਿੱਚ ਕਈ ਮਕਾਨ ਵੀ ਢਹਿ ਢੇਰੀ ਹੋ ਗਏ ਅਤੇ ਇਮਾਰਤਾਂ ਵੀ ਢਹਿ ਢੇਰੀ ਹੋ ਗਈਆਂ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਦਾਅਵਾ ਕੀਤਾ ਕਿ ਇਜ਼ਰਾਈਲੀ ਹਮਲੇ ਜਾਰੀ ਨੇ ਅਤੇ ਹੁਣ ਤੱਕ 9488 ਦੇ ਕਰੀਬ ਫਿਲਿਸਤੀਨੀ ਮਾਰੇ ਗਏ ਨੇ, ਜਿਨ੍ਹਾਂ ਵਿੱਚੋਂ 3900 ਬੱਚੇ ਅਤੇ 2509 ਔਰਤਾਂ ਸ਼ਾਮਿਲ ਨੇ। ਇਸ ਦੇ ਨਾਲ ਹੀ ਕਿਹਾ ਗਿਆ ਕਿ ਹਮਲੇ ਵਿੱਚ ਹੁਣ ਤੱਕ 24000 ਤੋਂ ਵੱਧ ਲੋਕ ਜ਼ਖਮੀ ਹੋ ਗਏ ਨੇ। ਦਲੀਆ ਸਲੀਮ ਪਿਛਲੇ ਕੁਝ ਦਿਨਾਂ ਤੋਂ ਆਪਣੇ ਪਿਤਾ ਨੂੰ ਕੈਨੇਡੀਅਨ ਸਰਕਾਰ ਤੋਂ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਉਹ ਕਦੋਂ ਘਿਰੇ ਹੋਏ ਗਾਜ਼ਾ ਪੱਟੀ ਤੋਂ ਬਚ ਪਾਉਣਗੇ, ਜਿੱਥੋਂ ਤੱਕ ਉਹ ਜਾਣਦੀ ਹੈ ਕਿ ਉਸਦੇ 66 ਸਾਲਾ ਪਿਤਾ ਸਾਮੀ ਇਲਾਕੇ ਦੇ ਦੱਖਣੀ ਹਿੱਸੇ ਵਿੱਚ ਇੱਕ ਖਾਲੀ ਜਗ੍ਹਾ ਤੇ ਇੱਕ ਤੰਬੂ ਵਿੱਚ ਸੌਂ ਰਹੇ ਨੇ। ਇਸ ਖਬਰ ਦਾ ਇੰਤਜ਼ਾਰ ਕਰ ਰਹੇ ਨੇ ਕਿ ਉਹਨਾਂ ਦਾ ਨਾਂ ਰਾਫਾ ਪਾਰ ਕਰਨ ਦੀ ਇਜਾਜ਼ਤ ਦੇਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਲਿਸਟ ਵਿੱਚ ਜੋੜਿਆ ਜਾਵੇਗਾ। ਉਹ ਮਿਸਰ ਦੀ ਸਰਹੱਦ ਪਾਰ ਕਰਨ ਤੇ ਕੈਨੇਡਾ ਵਾਪਸ ਆਉਣ। ਉਸ ਦੇ ਪਿਤਾ ਨੂੰ ਫੋਨ ਸੇਵਾ ਬੰਦ ਹੋਣ ਤੋਂ ਬਾਅਦ ਤੋਂ ਸੰਪਰਕ ਕਰਨਾ ਮੁਸ਼ਕਿਲ ਹੋ ਗਿਆ ਹੈ ਤੇ ਉਹ ਮੁੱਖ ਰੂਪ ਨਾਲ ਆਪਣੇ ਆਲੇ ਦੁਆਲੇ ਮੌਜੂਦ ਹੋਰਨਾਂ ਲੋਕਾਂ ਦੇ ਮਾਧਿਅਮ ਰਾਹੀਂ ਇੱਕ ਦੂਜੇ ਨੂੰ ਸੁਨੇਹਾ ਭੇਜਣ ਤੱਕ ਸੀਮਿਤ ਰਹਿ ਗਏ ਨੇ। ਉਸ ਨੂੰ ਖਬਰ ਮਿਲੀ ਕਿ ਉਹ ਆਖਿਰਕਾਰ ਸੋਮਵਾਰ ਨੂੰ ਨਿਕਲ ਸਕਣਗੇ, ਪਰ ਫਿਰ ਪਤਾ ਲੱਗਾ ਕਿ ਗਾਜ਼ਾ ਤੇ ਮਿਸਰ ਵਿਚਾਲੇ ਸਰਹੱਦ ਬੰਦ ਕਰ ਦਿੱਤੀ ਗਈ ਹੈ। ਉਹ ਇਹ ਪਤਾ ਲਗਾਉਣ ਲਈ ਕਿ ਇਸ ਦਾ ਕੀ ਮਤਲਬ ਹੋਵੇਗਾ, ਗਲੋਬਲ ਅਫੇਅਰਸ ਕੈਨੇਡਾ ਦੇ ਇੱਕ ਏਜੰਟ ਕੋਲ ਪਹੁੰਚੀ। ਲੰਡਨ ਓਨਟਾਰੀਓ ਵਿੱਚ ਰਹਿਣ ਵਾਲੇ ਸਲੀਮ ਨੇ ਕਿਹਾ, ਉਹ ਮੇਰੇ ਕੋਲ ਵਾਪਸ ਆਏ ਤਾਂ ਕਿਹਾ ਨਹੀਂ, ਉਹਨਾਂ ਨੂੰ ਸੋਮਵਾਰ ਨੂੰ ਨਹੀਂ ਜਾਣਾ ਚਾਹੀਦਾ ਕਿਉਂਕਿ ਸਰਹੱਦ ਬੰਦ ਹੈ ਤੇ ਦੇਰ ਹੋਵੇਗੀ। ਗਲੋਬਲ ਅਫੇਅਰਸ ਕੈਨੇਡਾ ਨੇ ਉਹਨਾਂ ਨੂੰ ਤੇ ਹੋਰ ਪਰਿਵਾਰਾਂ ਨੂੰ ਇੱਕ ਈਮੇਲ ਭੇਜ ਕੇ ਸੂਚਿਤ ਕੀਤਾ ਕਿ ਕੈਨੇਡੀਅਨ ਨਾਗਰਿਕਾਂ ਨਾਲ ਸਥਾਈ ਨਿਵਾਸੀਆਂ ਤੇ ਪਰਿਵਾਰ ਦੇ ਮੈਂਬਰਾਂ ਲਈ ਨਿਕਾਸੀ ਸੋਮਵਾਰ ਤੋਂ ਸ਼ੁਰੂ ਹੋਣ ਵਾਲੀ ਹੈ, ਪਰ ਏਜੰਸੀ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਰਫਾ ਸਰਹੱਦ ਮੁੜ ਕਦੋਂ ਖੁੱਲੇਗੀ। ਗਾਜ਼ਾ ਵਿੱਚ ਬਾਰਡਰ ਕ੍ਰਾਸਿੰਗ ਲਈ ਜਨਰਲ ਅਥਾਰਟੀ ਦੀ ਨਿਕਾਸੀ ਸੂਚੀ, ਜਿਵੇਂ ਕਿ ਵਿਆਪਕ ਰੂਪ ਨਾਲ ਸਾਂਝੀ ਕੀਤੀ ਗਈ, ਗੂਗਲ ਸਬਪੈਂਡੈਂਟਸ ਤੇ ਦਰਸਾਈ ਗਈ। ਸ਼ੁੱਕਰਵਾਰ ਰਾਤ ਤੋਂ ਅਪਡੇਟ ਕੀਤੀ ਗਈ। ਗਲੋਬਲ ਮਾਮਲਿਆਂ ਨੇ ਕਿਹਾ ਕਿ ਸੰਘੀ ਸਰਕਾਰ ਗਾਜ਼ਾ ਵਿੱਚ 596 ਕੈਨੇਡੀਅਨ ਲੋਕਾਂ, ਸਥਾਈ ਨਿਵਾਸੀਆਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿੱਚ ਨੇ। ਇਹਨਾਂ ਚੋਂ ਲਗਭਗ 450 ਲੋਕ ਉਹ ਨੇ ਜੋ ਗਾਜ਼ਾ ਛੱਡਣਾ ਚਾਹੁੰਦੇ ਨੇ।
ਕੈਨੇਡਾ ਦੀ ਰੀਅਲ ਐਸਟੇਟ ਮਾਰਕੀਟ ਟੈਟੇਰੀ ਹੋਣ ਦੇ ਕੰਢੇ ਤੇ ਪਹੁੰਚ ਗਈ ਹੈ। ਤਾਜ਼ਾ ਅੰਕੜਿਆਂ ਮੁਤਾਬਿਕ 2024 ਵਿੱਚ ਇਸ ਸੈਕਟਰ ਵਿੱਚ ਭਾਰੀ ਮੰਦੀ ਆ ਸਕਦੀ ਹੈ। ਜਾਣਕਾਰਾਂ ਮੁਤਾਬਿਕ ਇਸ ਮਾਮਲੇ ਵਿੱਚ ਸਪਲਾਈ ਮੁਸ਼ਕਿਲ ਨਹੀਂ ਹੈ, ਸਗੋਂ ਮੰਗ ਵੱਡੀ ਮੁਸ਼ਕਿਲ ਹੈ। ਇਸ ਦਾ ਹੱਲ ਦੇਸ਼ ਵਿੱਚ ਆਉਣ ਵਾਲੀਆਂ ਲੋਕਾਂ ਦੀ ਗਿਣਤੀ ਨੂੰ ਘਟਾਉਣਾ ਹੈ। ਬਹੁਤ ਸਾਰੇ ਅਮੀਰ ਏਸ਼ੀਅਨ ਲੋਕ ਘਰ ਖਰੀਦਣ ਲਈ ਜ਼ਿਆਦਾ ਪੈਸਾ ਖਰਚ ਕਰਨ ਲਈ ਵੀ ਤਿਆਰ ਨੇ। ਇਸ ਲਈ ਕੰਪਨੀਆਂ ਨੂੰ ਘੱਟ ਪੈਸੇ ਦੇ ਕੇ ਘਰ ਖਰੀਦਣ ਵਾਲਿਆਂ ਦੀ ਬਜਾਏ ਵੱਧ ਪੈਸੇ ਖਰਚ ਕਰਨ ਵਾਲਿਆਂ ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਇਹੀ ਹਾਲ ਆਸਟ੍ਰੇਲੀਆ ਵਿੱਚ ਵੀ ਵੇਖਿਆ ਜਾ ਰਿਹਾ ਹੈ, ਜਿੱਥੇ ਸਰਕਾਰ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਲੋਕਾਂ ਲਈ ਬਜਟ ਫ੍ਰੈਂਡਲੀ ਘਰ ਬਣਾਉਣ ਨੂੰ ਪਹਿਲ ਦੇ ਰਹੀ ਹੈ। ਇਸ ਸੋਚ ਨੂੰ ਬਦਲਣਾ ਪਵੇਗਾ। ਸੀਮਿਤ ਸਪਲਾਈ ਕਾਰਨ ਇੰਨੀ ਜਲਦੀ ਵੱਡੀ ਮੰਗ ਨੂੰ ਪੂਰਾ ਕਰਨਾ ਬਹੁਤ ਮੁਸ਼ਕਿਲ ਹੋਵੇਗਾ। ਭਾਰਤ ਅਤੇ ਕੈਨੇਡਾ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਤਣਾਅ ਬਣਿਆ ਹੋਇਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਦੋਸ਼ਾਂ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਰਿਸ਼ਤੇ ਵਿਗੜ ਗਏ ਨੇ। ਭਾਰਤ ਸਰਕਾਰ ਨੇ ਵੀ ਦੇਸ਼ ਵਿੱਚ ਮੌਜੂਦ ਕਈ ਕੈਨੇਡੀਅਨ ਡਿਪਲੋਮੈਟਾਂ ਨੂੰ ਦੇਸ਼ ਛੱਡਣ ਦਾ ਅਲਟੀਮੇਟਮ ਦੇ ਕੇ ਜਵਾਬੀ ਕਾਰਵਾਈ ਕੀਤੀ। ਉਸ ਤੋਂ ਬਾਅਦ 41 ਡਿਪਲੋਮੈਟਾਂ ਨੂੰ ਦੂਜੇ ਦੇਸ਼ਾਂ ਵਿੱਚ ਭੇਜਿਆ ਗਿਆ। ਦੋਵੇਂ ਦੇਸ਼ਾਂ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਹੁਣ ਮੋਦੀ ਸਰਕਾਰ ਨੇ ਕੈਨੇਡਾ ਨੂੰ ਸਖਤ ਸੰਦੇਸ਼ ਦਿੱਤਾ ਹੈ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਸਪਸ਼ਟ ਕੀਤਾ ਕਿ ਕੈਨੇਡਾ ਨੇ ਹੀ ਸਬੰਧਾਂ ਨੂੰ ਵਿਗਾੜਿਆ ਹੈ। ਇਸ ਨਾਲ ਭਾਰਤ ਦਾ ਨਹੀਂ ਸਗੋਂ ਕੈਨੇਡਾ ਦਾ ਹੀ ਨੁਕਸਾਨ ਹੋਵੇਗਾ। ਕੈਨੇਡਾ ਦੇ ਮੁੱਦੇ ਤੇ ਪਿਊਸ਼ ਗੋਇਲ ਕੋਲੋਂ ਸਵਾਲ ਪੁੱਛੇ ਗਏ ਸਨ। ਇਸ ਤੇ ਉਹਨਾਂ ਠੋਕਵਾਂ ਜਵਾਬ ਦਿੱਤਾ ਕਿ ਅਸੀਂ ਕੈਨੇਡਾ ਨਾਲ ਕੋਈ ਗੱਲਬਾਤ ਨਹੀਂ ਰੋਕੀ, ਕੈਨੇਡਾ ਨੇ ਹੀ ਰੋਕੀ ਹੈ। ਉੱਥੋਂ ਕੁਝ ਭੁਲੇਖੇ ਨੇ, ਇਹ ਭੁਲੇਖੇ ਬਿਨਾਂ ਕਿਸੇ ਆਧਾਰ ਦੇ ਨੇ। ਇਸ ਨਾਲ ਉਹਨਾਂ ਦਾ ਹੀ ਨੁਕਸਾਨ ਹੋਵੇਗਾ, ਭਾਰਤ ਦਾ ਨਹੀਂ। ਸਾਡੀ ਮਾਰਕੀਟ ਵਧੀ ਹੈ, ਨੁਕਸਾਨ ਕੈਨੇਡਾ ਅਤੇ ਉਸ ਦੀ ਆਰਥਿਕਤਾ ਨੂੰ ਹੀ ਝੱਲਣਾ ਪਵੇਗਾ। ਪਿਊਸ਼ ਗੋਇਲ ਨੇ ਇਹ ਵੀ ਕਿਹਾ ਕਿ ਯੂਕੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਅਤੇ ਵਧੀਆ ਢੰਗ ਨਾਲ ਚੱਲ ਰਹੀ ਹੈ। ਇਸ ਵਿੱਚ ਅਸੀਂ ਜੈ ਸ਼ੰਕਰ ਅਤੇ ਨਿਰਮਲਾ ਜੀ ਮਿਲ ਕੇ ਦੇਸ਼ ਦੇ ਹਿੱਤ ਵਿੱਚ ਫੈਸਲੇ ਲੈਂਦੇ ਹਾਂ। ਲੋਕਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਫੈਸਲਾ ਲਿਆ ਜਾਂਦਾ ਹੈ। ਇਹ ਪੁਰਾਣੇ FATA ਨਹੀਂ ਸਨ ਜੋ ਕਾਂਗਰਸ ਦੇ ਸਮੇਂ ਹੁੰਦੇ ਸਨ। ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਕੈਨੇਡਾ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਜਰ ਦੇ ਕਤਲ ਨਾਲ ਭਾਰਤ ਸਰਕਾਰ ਨੂੰ ਜੋੜਨ ਦੇ ਦੋਸ਼ਾਂ ਦੇ ਸਮਰਥਨ ਵਿੱਚ ਸਬੂਤ ਪੇਸ਼ ਕਰਨ ਲਈ ਕਿਹਾ। ਕੈਨੇਡਾ ਨੇ ਭਾਰਤ ਤੇ ਸਤੰਬਰ ਵਿੱਚ ਵੈਨਕੂਵਰ ਦੇ ਉਪਨਗਰ ਵਿੱਚ ਕੈਨੇਡੀਅਨ ਨਾਗਰਿਕ ਨਿੱਜਰ, ਜਿਸ ਨੂੰ ਭਾਰਤ ਨੇ ਅੱਤਵਾਦੀ ਕਰਾਰ ਦਿੱਤਾ ਸੀ, ਉਸ ਦੇ ਕਤਲ ਨਾਲ ਸੰਬੰਧਿਤ ਹੋਣ ਦਾ ਦੋਸ਼ ਲਗਾਇਆ ਸੀ। ਨਵੀਂ ਦਿੱਲੀ ਵਿੱਚ ਇਸ ਮੁੱਦੇ ਤੇ ਤਣਾਅ ਦੇ ਚਲਦਿਆਂ ਕੂਟਨੀਤਿਕ ਮੌਜੂਦਗੀ ਵਿੱਚ ਸਮਾਨਤਾ ਦਾ ਹਵਾਲਾ ਦਿੰਦੇ ਹੋਏ ਓਟਾਵਾ ਨੂੰ ਆਪਣੇ ਸਟਾਫ ਨੂੰ ਕਟਾਉਣ ਲਈ ਕਹਿਣ ਤੋਂ ਬਾਅਦ ਕੈਨੇਡਾ ਨੇ ਭਾਰਤ ਤੋਂ 41 ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ। ਦ ਗਲੋਬ ਐਂਡ ਮੇਲ ਨਾਲ ਇੰਟਰਵਿਊ ਵਿੱਚ ਹਾਈ ਕਮਿਸ਼ਨਰ ਵਰਮਾ ਨੇ ਕਿਹਾ, ਜੂਨ ਵਿੱਚ ਸਰੀ ਵਿੱਚ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਕੈਨੇਡੀਅਨ ਪੁਲਿਸ ਦੀ ਜਾਂਚ ਨੂੰ ਇੱਕ ਉੱਚ ਪੱਧਰੀ ਕੈਨੇਡੀਅਨ ਅਧਿਕਾਰੀ ਦੇ ਜਨਤਕ ਬਿਆਨਾਂ ਨਾਲ ਨੁਕਸਾਨ ਪਹੁੰਚਾਇਆ ਹੈ। ਵਰਮਾ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਮਾਮਲੇ ਵਿੱਚ ਸਾਨੂੰ ਜਾਂਚ ਵਿੱਚ ਮਦਦ ਕਰਨ ਲਈ ਕੋਈ ਖਾਸ ਜਾਂ ਢੁਕਵੀਂ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਹੈ। ਜਦੋਂ ਤੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਤੇ ਇਹ ਦੋਸ਼ ਲਗਾਏ ਨੇ, ਭਾਰਤ ਨੇ ਇਹਨਾਂ ਦਾਅਵਿਆਂ ਦਾ ਸਖਤੀ ਨਾਲ ਖੰਡਨ ਕੀਤਾ। ਉਹਨਾਂ ਕੈਨੇਡਾ ਨੂੰ ਦੇਸ਼ ਅੰਦਰ ਭਾਰਤ ਵਿਰੋਧੀ ਗਤੀਵਿਧੀਆਂ ਤੇ ਰੋਕ ਲਗਾਉਣ ਲਈ ਕਿਹਾ। ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਕਿਹਾ, ਸਬੂਤ ਕਿੱਥੇ ਨੇ? ਜਾਂਚ ਦਾ ਸਿੱਟਾ ਕਿੱਥੇ ਹੈ? ਮੈਂ ਇੱਕ ਕਦਮ ਹੋਰ ਅੱਗੇ ਜਾ ਕੇ ਕਹਾਂਗਾ ਕਿ ਜਾਂਚ ਪਹਿਲਾਂ ਹੀ ਦਾਗੀ ਹੋ ਚੁੱਕੀ ਹੈ। ਉੱਚ ਪੱਧਰ ਤੇ ਕਿਸੇ ਵੱਲੋਂ ਵੀ ਇਹ ਕਹਿਣ ਲਈ ਹਦਾਇਤ ਕੀਤੀ ਗਈ ਹੈ ਕਿ ਇਸ ਪਿੱਛੇ ਭਾਰਤ ਜਾਂ ਭਾਰਤੀ ਏਜੰਟ ਨੇ। ਹਾਈ ਕਮਿਸ਼ਨਰ ਨੇ ਕਿਹਾ ਕਿ ਕਿਸ ਤਰ੍ਹਾਂ ਉਹਨਾਂ ਅਤੇ ਉਹਨਾਂ ਦੇਸ਼ ਵਾਸੀਆਂ ਹੋਰ ਭਾਰਤੀ ਡਿਪਲੋਮੈਟਿਕ ਸਟਾਫ ਲਈ ਸੁਰੱਖਿਆ ਖਤਰੇ ਵਿੱਚ ਪੈ ਗਈ ਹੈ। ਉਹਨਾਂ ਅਤੇ ਵੈਨਕੂਵਰ ਅਤੇ ਟੋਰਾਂਟੋ ਵਿੱਚ ਭਾਰਤੀ ਕੌਂਸਲ ਜਨਰਲ ਦੇ ਹਮਲਾ ਕਰਨ ਵਾਲੇ ਪੋਸਟਰਾਂ ਦੀਆਂ ਤਸਵੀਰਾਂ ਦਾ ਹਵਾਲਾ ਦਿੰਦੇ ਹੋਏ ਵਰਮਾ ਨੇ ਕੈਨੇਡੀਅਨ ਅਖਬਾਰ ਨੂੰ ਕਿਹਾ, ਮੈਨੂੰ ਲੱਗਦਾ ਹੈ ਕਿ ਇਹ ਨਫ਼ਰਤ ਭਰਿਆ ਭਾਸ਼ਣ ਹੈ ਅਤੇ ਹਿੰਸਾ ਨੂੰ ਭੜਕਾਉਂਦਾ ਹੈ। ਮੈਂ ਆਪਣੀ ਸੁਰੱਖਿਆ ਬਾਰੇ ਚਿੰਤਿਤ ਹਾਂ। ਮੈਂ ਆਪਣੇ ਕੌਂਸਲਰ ਜਨਰਲਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਿਤ ਹਾਂ। ਪੱਛਮ ਏਸ਼ੀਆ ਵਿੱਚ ਹਮਾਸ ਅਤੇ ਇਜ਼ਰਾਈਲ ਵਿਚਾਲੇ ਯੁੱਧ ਜਾਰੀ ਹੈ। ਇਸ ਦੌਰਾਨ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਇਜ਼ਰਾਈਲ ਪਹੁੰਚੇ। ਟਾਈਮਜ਼ ਆਫ ਇਜ਼ਰਾਈਲ ਦੀ ਰਿਪੋਰਟ ਅਨੁਸਾਰ ਦੋਵੇਂ ਨੇਤਾ ਹਮਾਸ ਨਾਲ ਚੱਲ ਰਹੇ ਸੰਘਰਸ਼ ਦੇ ਦੌਰਾਨ ਤੈਲ ਅਵੀਵ ਲਈ ਸਮਰਥਨ ਦਿਖਾਉਣ ਲਈ ਇਜ਼ਰਾਈਲ ਪਹੁੰਚੇ। ਆਪਣੀ ਯਾਤਰਾ ਦੌਰਾਨ ਜੌਨਸਨ ਅਤੇ ਮੌਰਿਸਨ ਕਥਿਤ ਤੌਰ ਤੇ ਇਜ਼ਰਾਈਲ ਦੇ ਰਾਸ਼ਟਰਪਤੀ ਆਇਜ਼ੈਕ ਹਰਜ਼ੋਗ ਅਤੇ ਗਾਜ਼ਾ ਵਿੱਚ ਅੱਤਵਾਦੀਆਂ ਦੁਆਰਾ ਬੰਦਕ ਬਣਾਏ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣਗੇ। ਟਾਈਮਜ਼ ਆਫ ਇਜ਼ਰਾਈਲ ਦੀ ਰਿਪੋਰਟ ਅਨੁਸਾਰ ਦੋਵੇਂ ਨੇਤਾ ਦੱਖਣੀ ਗਾਜ਼ਾ ਸਰਹੱਦੀ ਕਸਬਿਆਂ ਦਾ ਵੀ ਦੌਰਾ ਕਰਨਗੇ ਜੋ ਹਮਾਸ ਦੇ ਇਜ਼ਰਾਈਲ ਤੇ 7 ਅਕਤੂਬਰ ਦੇ ਹਮਲੇ ਨਾਲ ਤਬਾਹ ਹੋ ਗਏ ਸਨ। ਸੰਯੁਕਤ ਰਾਸ਼ਟਰ ਵਿੱਚ ਇਜ਼ਰਾਈਲ ਦੇ ਸਾਬਕਾ ਰਾਜਦੂਤ ਡੈਨੀ ਡੈਨਨ ਨੇ ਬੋਰਿਸ ਜੌਨਸਨ ਅਤੇ ਸਕਾਟ ਮੌਰਿਸਨ ਦੇ ਦੌਰੇ ਦੀ ਮੇਜ਼ਬਾਨੀ ਕੀਤੀ। ਉਸਨੇ ਕਿਹਾ ਕਿ ਮੌਰਿਸਨ ਅਤੇ ਜੌਨਸਨ ਇਜ਼ਰਾਈਲ ਡਿਫੈਂਸ ਫੋਰਸਿਸ ਦੇ ਸੈਨਿਕਾਂ ਅਤੇ ਇਜ਼ਰਾਈਲ ਦੇ ਦੱਖਣੀ ਭਾਈਚਾਰਿਆਂ ਨਾਲ ਵੀ ਮੁਲਾਕਾਤ ਕਰਨਗੇ। ਐਕਸ ਤੇ ਸ਼ੇਅਰ ਕੀਤੀ ਇੱਕ ਪੋਸਟ ਵਿੱਚ ਡੈਨੀ ਨੇ ਕਿਹਾ ਕਿ ਅੱਜ ਸਵੇਰੇ ਇਜ਼ਰਾਈਲ ਦੇ ਬੇਨ ਗੁਰੀਅਨ ਹਵਾਈ ਅੱਡੇ ਤੇ ਮੈਨੂੰ ਮੇਰੇ ਦੋਸਤ ਗ੍ਰੇਟ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਮਿਲੇ।
ਦੋਵੇਂ ਇਜ਼ਰਾਈਲ ਦੇ ਸੱਚੇ ਦੋਸਤ ਨੇ। ਦਿਨ ਦੇ ਦੌਰਾਨ ਅਸੀਂ ਇਜ਼ਰਾਈਲ ਦੇ ਦੱਖਣੀ ਭਾਈਚਾਰਿਆਂ ਦਾ ਦੌਰਾ ਕਰਾਂਗੇ ਅਤੇ ਸਾਡੇ ਬਹਾਦਰ IDF ਸੈਨਿਕਾਂ ਨੂੰ ਮਿਲਣਗੇ। ਇਜ਼ਰਾਈਲ ਦੇ ਸਾਰੇ ਲੋਕਾਂ ਦੀ ਤਰਫੋਂ ਅਸੀਂ ਤੁਹਾਡੀ ਦ੍ਰਿੜ ਸਮਰਥਨ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੀ ਸਰਕਾਰ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਨੌਜਵਾਨ ਵਰਗ ਨੂੰ ਅਪਰਾਧਾਂ ਨਾਲ ਨਜਿੱਠਣ ਲਈ ਨਵਾਂ ਕਾਨੂੰਨ ਬਣਾਉਣ ਤੇ ਵਿਚਾਰ ਕਰ ਰਹੀ ਹੈ। ਇਸ ਸੰਬੰਧੀ ਨਾਬਾਲਗਾਂ ਨੂੰ ਚਾਕੂਆਂ ਅਤੇ ਹਥਿਆਰਾਂ ਦੀ ਵਿਕਰੀ ਤੇ ਪਾਬੰਦੀ ਲਗਾਉਣ ਲਈ ਸੰਸਦ ਵਿੱਚ ਨਵੇਂ ਕਾਨੂੰਨ ਪੇਸ਼ ਕੀਤੇ ਜਾਣਗੇ। समाचार एजेंसी शेनहुआ ਦੀ ਰਿਪੋਰਟ ਮੁਤਾਬਕ ਪ੍ਰਸਤਾਵਿਤ ਕਾਨੂੰਨਾਂ ਦੇ ਤਹਿਤ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਚਾਕੂ ਅਤੇ ਕੁਝ ਹੋਰ ਬਲੇਡ ਵਾਲੀਆਂ ਚੀਜ਼ਾਂ ਜਿਵੇਂ ਕਿ ਚਾਕੂ, ਕੁਹਾੜੀ, ਤਲਵਾਰਾਂ ਅਤੇ ਜੈਲ ਬਲਾਸਟਰ ਸਮੇਤ ਹਥਿਆਰਾਂ ਦੀ ਵਿਕਰੀ ਕਰਨਾ ਅਪਰਾਧ ਹੋਵੇਗਾ। ਕੁਈਨਜ਼ਲੈਂਡ ਦੇ ਪ੍ਰੀਮੀਅਰ ਅਨਾਸਤਾਸੀਆ ਪਲਾਸਰੁਕ ਨੇ ਕਿਹਾ, ਨੌਜਵਾਨਾਂ ਤੱਕ ਇਹਨਾਂ ਵਸਤੂਆਂ ਦੀ ਪਹੁੰਚ ਨੂੰ ਘਟਾਉਣ ਲਈ ਕਮਿਊਨਿਟੀ ਸੁਰੱਖਿਆ ਵਿੱਚ ਵਾਧੇ ਦੇ ਨਾਲ-ਨਾਲ ਹਿੰਸਕ ਅਪਰਾਧਾਂ ਨੂੰ ਰੋਕਿਆ ਜਾ ਸਕੇਗਾ। ਪ੍ਰਸਤਾਵਿਤ ਕਾਨੂੰਨ ਦੇ ਤਹਿਤ ਇਹਨਾਂ ਚੀਜ਼ਾਂ ਵਿੱਚੋਂ ਇੱਕ ਨੂੰ ਖਰੀਦਣ ਲਈ ਗਲਤ ਪਛਾਣ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਤੇ ਵੀ ਅਪਰਾਧ ਦਾ ਦੋਸ਼ ਲਗਾਇਆ ਜਾ ਸਕਦਾ ਹੈ। ਇੱਥੇ ਦੱਸ ਦਈਏ ਕਿ ਇਹ ਪ੍ਰਸਤਾਵ ਕੁਈਨਜ਼ਲੈਂਡ ਪੁਲਿਸ ਸਰਵਿਸ ਦੁਆਰਾ 6 ਮਹੀਨਿਆਂ ਵਿੱਚ 350 ਹਥਿਆਰ ਜ਼ਬਤ ਕਰਨ ਤੋਂ ਬਾਅਦ ਆਇਆ ਹੈ। ਇਸ ਸਾਲ 30 ਮਾਰਚ ਦੇ ਬਾਅਦ ਤੋਂ 2900 ਤੋਂ ਵੱਧ ਹੈਂਡ ਹੈਲਡ ਸਕੈਨਰ ਆਪਰੇਸ਼ਨ ਕੀਤੇ ਗਏ ਨੇ, ਜਿਨ੍ਹਾਂ ਵਿੱਚ 31800 ਤੋਂ ਵੱਧ ਲੋਕਾਂ ਨੂੰ ਸਕੈਨ ਕੀਤਾ ਗਿਆ। ਨਤੀਜੇ ਵਜੋਂ 904 ਲੋਕਾਂ ਤੇ ਲਗਭਗ 1600 ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਸੀ, ਜੋ ਜ਼ਿਆਦਾਤਰ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਨਾਲ ਸੰਬੰਧਿਤ ਨੇ। ਯੁਵਾ ਅਪਰਾਧ ਟਾਸਕ ਫੋਰਸ ਦੇ ਕਾਰਜਕਾਰੀ ਸਹਾਇਕ ਕਮਿਸ਼ਨਰ ਤੇ ਕਾਰਜਕਾਰੀ ਕਮਾਂਡਰ ਪੌਲ ਹੌਟ ਨੇ ਦੱਸਿਆ ਕਿ ਨਵੇਂ ਕਾਨੂੰਨ ਅਫਸਰਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਨੌਜਵਾਨਾਂ ਨੂੰ ਹਥਿਆਰ ਵੇਚਣ ਵਾਲੇ ਵਿਰੁੱਧ ਕਾਰਵਾਈ ਕਰਨ ਦੀ ਇਜਾਜ਼ਤ ਦੇਣਗੇ, ਜੋ ਹਿੰਸਕ ਅਪਰਾਧ ਕਰਨ ਲਈ ਇਹਨਾਂ ਦੀ ਵਰਤੋਂ ਕਰਨ ਦਾ ਇਰਾਦਾ ਰੱਖ ਸਕਦੇ ਨੇ। ਸੈਂਕੜੇ ਪ੍ਰਵਾਸੀਆਂ ਦਾ ਇੱਕ ਕਾਫਲਾ ਐਤਵਾਰ ਨੂੰ ਦੱਖਣੀ ਮੈਕਸੀਕਨ ਸ਼ਹਿਰ ਤਾਪਸੋਲਾ ਤੋਂ ਅਮਰੀਕਾ ਦੀ ਦੱਖਣੀ ਸਰਹੱਦ ਵੱਲ ਰਵਾਨਾ ਹੋਇਆ। ਛੋਟਾ ਕਾਫਲਾ ਉਸ ਵੱਡੇ ਕਾਫਲੇ ਵਿੱਚ ਸ਼ਾਮਿਲ ਹੋਣ ਦੀ ਯੋਜਨਾ ਬਣਾ ਰਿਹਾ ਹੈ, ਜੋ 6 ਦਿਨ ਪਹਿਲਾਂ ਰਵਾਨਾ ਹੋਇਆ ਸੀ ਅਤੇ ਮੌਜੂਦਾ ਸਮੇਂ ਹਾਈਕਸਟਲਾ ਸ਼ਹਿਰ ਵਿੱਚ ਲਗਭਗ 25 ਮੀਲ ਉੱਤਰ ਵਿੱਚ ਰੁਕਿਆ ਹੋਇਆ ਹੈ। ਆਯੋਜਕਾਂ ਨੇ ਕਿਹਾ ਕਿ ਪਹਿਲੇ ਸਮੂਹ ਵਿੱਚ ਲਗਭਗ 7000 ਲੋਕ ਸਨ, ਜਦੋਂ ਕਿ ਦੱਖਣੀ ਚਿਆਪਾਸ ਰਾਜ ਦੀ ਸਰਕਾਰ ਨੇ ਕਿਹਾ ਕਿ ਉਸ ਦਾ ਅਨੁਮਾਨ ਹੈ ਕਿ ਸਮੂਹ ਵਿੱਚ 3500 ਲੋਕ ਸਨ। ਰॉयटर्स ਦੇ ਇੱਕ ਗਵਾਹ ਅਨੁਸਾਰ ਇੱਕ ਪ੍ਰਵਾਸੀ ਕਿਊਬਾ, ਐਲ ਸਾਲਵਾਡੋਰ, ਗੁਆਟੇਮਾਲਾ, ਹੈਤੀ ਅਤੇ ਵਿਸ਼ੇਸ਼ ਰੂਪ ਨਾਲ ਹੈਂਡੂਰਾਸ ਅਤੇ ਵੈਨਜ਼ੂਏਲਾ ਤੋਂ ਆਪਣੀ ਮਾਂ ਭੂਮੀ ਵਿੱਚ ਗਰੀਬੀ ਅਤੇ ਰਾਜਨੀਤਿਕ ਅਸਥਿਰਤਾ ਨਾਲ ਦੌੜ ਰਹੇ ਨੇ। ਵੈਨਜ਼ੂਏਲਾ ਦੀ ਸੇਲਮਾ ਅਲਾਵਾਰੇਜ਼ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਮੈਕਸੀਕਨ ਖੇਤਰ ਦੇ ਮਾਧਿਅਮ ਨਾਲ ਯਾਤਰਾ ਕਰਨ ਵਿੱਚ ਸਮਰਥ ਹੋਣ ਲਈ ਮਨੁੱਖੀ ਵੀਜ਼ਾ ਪ੍ਰਾਪਤ ਕਰਨ ਲਈ 3.4 ਮਹੀਨੇ ਦਾ ਇੰਤਜ਼ਾਰ ਕਰਨਾ ਬਹੁਤ ਲੰਬਾ ਹੈ, ਕਿਉਂਕਿ ਅਸੀਂ ਕੋਊਟਸ ਅਪਰਾਧੀਆਂ ਦੀ ਦਇਆ ਤੇ ਨਿਰਭਰ ਹਾਂ। ਇਹ ਚੰਗਾ ਹੈ ਕਿ ਅਸੀਂ ਕਾਫਲੇ ਵਿੱਚ ਇੱਕ ਦੂਜੇ ਨਾਲ ਤੁਰੀਏ, ਇਹ ਮੈਨੂੰ ਵੱਧ ਸੁਰੱਖਿਅਤ ਲੱਗਦਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ, ਜੋ ਅਗਲੇ ਸਾਲ ਮੁੜ ਚੋਣਾਂ ਦੀ ਮੰਗ ਕਰ ਰਹੇ ਨੇ, ਉਹਨਾਂ ਤੇ ਮੈਕਸੀਕੋ ਤੋਂ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਪ੍ਰਵੇਸ਼ ਕਰਨ ਵਾਲੇ ਲੋਕਾਂ ਦੀ ਗਿਣਤੀ ਘੱਟ ਕਰਨ ਦਾ ਦਬਾਅ ਹੈ। ਇਸ ਸਾਲ ਰਿਕਾਰਡ ਗਿਣਤੀ ਵਿੱਚ ਲੋਕਾਂ ਨੇ ਪਨਾਮਾ ਅਤੇ ਕੋਲੰਬੀਆ ਨੂੰ ਜੋੜਨ ਵਾਲੇ ਡੇਰੀਅਨ ਗੈਪ ਖੇਤਰ ਨੂੰ ਪਾਰ ਕੀਤਾ। ਜਰਮਨੀ ਦੇ ਵਾਈਸ ਚਾਂਸਲਰ ਅਤੇ ਵਿੱਤ ਮੰਤਰੀ ਰੌਬਰਟ ਹੈਬਾਸ ਨੇ ਕਿਹਾ ਕਿ ਫਿਲਿਸਤੀਨੀ ਹਮਾਸ ਅੰਦੋਲਨ ਦਾ ਇਜ਼ਰਾਈਲ ਤੇ ਹਮਲਾ ਸੱਭਿਆਚਾਰੀ ਦੁਨੀਆ ਵਿਰੁੱਧ ਜੰਗ ਦਾ ਐਲਾਨ ਹੈ ਅਤੇ ਅੰਦੋਲਨ ਨੂੰ ਹੀ ਤਬਾਹ ਕਰ ਦੇਣਾ ਚਾਹੀਦਾ ਹੈ। ਵੇਲਟ ਨਿਊਜ਼ ਚੈਨਲ ਦੇ ਮਿਸਟਰ ਹੌਬੇਕ ਦੇ ਹਵਾਲੇ ਨਾਲ ਕਿਹਾ, ਬੁਨਿਆਦੀ ਤੌਰ ਤੇ ਹਮਾਸ ਨੂੰ ਨਸ਼ਟ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਸ ਨੇ ਮੱਧ ਪੂਰਬ ਵਿੱਚ ਸ਼ਾਂਤੀ ਪ੍ਰਕਿਰਿਆ ਨੂੰ ਤਬਾਹ ਕਰ ਦਿੱਤਾ ਹੈ। ਫਿਲਿਸਤੀਨੀਆਂ ਨੂੰ ਆਪਣਾ ਦੇਸ਼ ਬਣਾਉਣ ਦਾ ਅਧਿਕਾਰ ਹੈ, ਇਸ ਲਈ ਦੋ ਰਾਜਾਂ ਦੀ ਸਿਰਜਣਾ ਸੰਘਰਸ਼ ਦਾ ਸਹੀ ਸਿਆਸੀ ਹੱਲ ਹੈ, ਪਰ ਅਜਿਹਾ ਫੈਸਲਾ ਹਮਾਸ ਦੇ ਹਿੱਤ ਵਿੱਚ ਨਹੀਂ ਹੈ। ਹਬੇਕ ਨੇ ਕਿਹਾ, ਹਮਾਸ ਫਿਲਿਸਤੀਨੀ ਲੋਕਾਂ ਨੂੰ ਉਹਨਾਂ ਦਾ ਆਪਣਾ ਰਾਜ ਵਾਪਸ ਦਿਵਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ, ਉਹ ਜੰਗ ਲੜ ਰਹੇ ਨੇ, ਉਹ ਯੁੱਧ ਸ਼ੁਰੂ ਕਰਨਾ ਚਾਹੁੰਦੇ ਨੇ ਅਤੇ ਇਜ਼ਰਾਈਲ ਨੂੰ ਤਬਾਹ ਕਰਨਾ ਚਾਹੁੰਦੇ ਨੇ, ਜੋ ਯਕੀਨੀ ਤੌਰ ਤੇ ਨਹੀਂ ਹੋਵੇਗਾ, ਪਰ ਇਹ ਇਸ ਦੀ ਆਬਾਦੀ ਲਈ ਅਸਹਿ ਪੀੜਾ ਲਿਆਏਗਾ। ਮੰਤਰੀ ਨੇ ਕਿਹਾ ਕਿ ਹਮਾਸ ਆਪਣੀਆਂ ਕਾਰਵਾਈਆਂ ਨੂੰ ਸਿਆਸੀ ਉਪਰਾਲੇ ਵਜੋਂ ਪੇਸ਼ ਕਰਕੇ ਦੂਜਿਆਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਕਿਹਾ, ਇਹ ਕੋਈ ਰਾਜਨੀਤਿਕ ਪ੍ਰਸਤਾਵ ਨਹੀਂ ਹੈ, ਇਹ ਸੱਭਿਅਕ ਸੰਸਾਰ ਤੇ ਜੰਗ ਦਾ ਐਲਾਨ ਹੈ। ਜ਼ਿਕਰਯੋਗ ਹੈ ਕਿ 7 ਅਕਤੂਬਰ ਨੂੰ ਫਲਸਤੀਨੀ ਸਮੂਹ ਹਮਾਸ ਨੇ ਗਾਜ਼ਾ ਪੱਟੀ ਤੋਂ ਇਜ਼ਰਾਈਲ ਖਿਲਾਫ ਹੈਰਾਨੀਜਨਕ ਵੱਡੇ ਪੱਧਰ ਤੇ ਰਾਕੇਟ ਹਮਲਾ ਕੀਤਾ ਸੀ ਅਤੇ ਸਰਹੱਦ ਦੀ ਉਲੰਘਣਾ ਕੀਤੀ। ਉਹਨਾਂ ਨੇ ਗੁਆਂਢੀ ਇਜ਼ਰਾਈਲੀ ਭਾਈਚਾਰਿਆਂ ਦੇ ਲੋਕਾਂ ਨੂੰ ਵੀ ਮਾਰਿਆ ਅਤੇ ਅਗਵਾ ਕੀਤਾ। ਇਜ਼ਰਾਈਲ ਨੇ ਜਵਾਬੀ ਹਮਲੇ ਸ਼ੁਰੂ ਕੀਤੇ ਅਤੇ 20 ਲੱਖ ਤੋਂ ਵੱਧ ਲੋਕਾਂ ਦੀ ਆਬਾਦੀ ਵਾਲੇ ਗਾਜ਼ਾ ਪੱਟੀ ਦੀ ਪੂਰੀ ਤਰ੍ਹਾਂ ਨਾਕਾਬੰਦੀ ਕਰਨ ਅਤੇ ਪਾਣੀ, ਭੋਜਨ ਅਤੇ ਬਾਲਣ ਦੀ ਸਪਲਾਈ ਨੂੰ ਰੋਕਣ ਦਾ ਕੰਮ ਕੀਤਾ। ਇਸ ਤੋਂ ਇਲਾਵਾ 27 ਅਕਤੂਬਰ ਨੂੰ ਇਜ਼ਰਾਈਲ ਨੇ ਹਮਾਸ ਲੜਾਕਿਆਂ ਅਤੇ ਬੰਦਕਾਂ ਨੂੰ ਬਚਾਉਣ ਲਈ ਗਾਜ਼ਾ ਪੱਟੀ ਦੇ ਅੰਦਰ ਇੱਕ ਵਿਸ਼ਾਲ ਜ਼ਮੀਨੀ ਹਮਲਾ ਕੀਤਾ। ਸੰਘਰਸ਼ ਦੇ ਵਧਣ ਨਾਲ ਇਜ਼ਰਾਈਲ ਵਿੱਚ ਲਗਭਗ 1400 ਅਤੇ ਗਾਜ਼ਾ ਪੱਟੀ ਵਿੱਚ 9000 ਤੋਂ ਵੱਧ ਲੋਕ ਮਾਰੇ ਗਏ ਨੇ ਅਤੇ ਈਰਾਨ ਜਾਂ ਲੈਬਨਾਨੀ ਅਤਵਾਦੀ ਸਮੂਹ ਹਿਜ਼ਬੁੱਲਾ ਦੇ ਮੈਦਾਨ ਵਿੱਚ ਸ਼ਾਮਿਲ ਹੋਣ ਦੀਆਂ ਚਿੰਤਾਵਾਂ ਦੇ ਕਾਰਨ ਇੱਕ ਵਿਸ਼ਾਲ ਖੇਤਰੀ ਸੰਘਰਸ਼ ਦਾ ਜੋਖਮ ਵਧਿਆ ਹੈ।
रूस ਦੀ ਫੌਜ ਨੇ ਕਿਹਾ ਕਿ ਯੂਕਰੇਨ ਨੇ ਕ੍ਰੀਮੀਆ ਵਿੱਚ ਇੱਕ ਸ਼ਿਪਯਾਰਡ ਤੇ ਮਿਜ਼ਾਈਲ ਹਮਲਾ ਕੀਤਾ ਜਿਸ ਨਾਲ ਇੱਕ ਰੂਸੀ ਜਹਾਜ਼ ਨੂੰ ਨੁਕਸਾਨ ਪਹੁੰਚਿਆ। ਰੂਸ ਦੇ ਰੱਖਿਆ ਮੰਤਰਾਲੇ ਨੇ ਸ਼ਨੀਵਾਰ ਦੇਰ ਰਾਤ ਕਿਹਾ ਕਿ ਯੂਕਰੇਨੀ ਬਲਾਂ ਨੇ ਕ੍ਰੀਮੀਅਮ ਪ੍ਰਾਇਦੀਪ ਤੇ ਪੂਰਬੀ ਸ਼ਹਿਰ ਕੋਰਸ ਤੇ ਜਲੀਵ ਸ਼ਿਪਯਾਰਡ ਤੇ 15 ਕਰੂਜ਼ ਮਿਜ਼ਾਈਲਾਂ ਦਾਗੀਆਂ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਵਾਈ ਰੱਖਿਆ ਪ੍ਰਣਾਲੀ ਨੇ 13 ਮਿਜ਼ਾਈਲਾਂ ਨੂੰ ਡਿੱਗਿਆ ਪਰ ਬਾਕੀ ਇੱਕ ਸ਼ਿਪਯਾਰਡ ਤੇ ਡਿੱਗੀਆਂ ਅਤੇ ਇੱਕ ਜਹਾਜ਼ ਨੂੰ ਨੁਕਸਾਨ ਪਹੁੰਚਾਇਆ। ਮੰਤਰਾਲੇ ਨੇ ਇਹ ਨਹੀਂ ਦੱਸਿਆ ਕਿ ਜਹਾਜ਼ ਨੂੰ ਕਿੰਨਾ ਨੁਕਸਾਨ ਹੋਇਆ ਹੈ। ਯੂਕਰੇਨੀ ਹਵਾਈ ਸੈਨਾ ਦੇ ਕਮਾਂਡਰ ਮਾਈਕੋਲਾ ਉਲਸਚੂਕ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਮਲੇ ਦੇ ਸਮੇਂ ਕਾਲੇ ਸਾਗਰ ਵਿੱਚ ਰੂਸੀ ਬੇੜੇ ਦਾ ਇੱਕ ਅਤ ਆਧੁਨਿਕ ਜਹਾਜ਼ ਸੀ ਜੋ ਕੈਲੀਬਰ ਕਰੂਜ਼ ਮਿਜ਼ਾਈਲ ਦਾ ਵਾਹਕ ਹੈ। ਰੂਸ ਨੂੰ 2014 ਵਿੱਚ ਗੈਰ ਕਾਨੂੰਨੀ ਤੌਰ ਤੇ ਕ੍ਰੀਮੀਅਮ ਪ੍ਰਾਇਦੀਪ ਨੂੰ ਆਪਣੇ ਦੇਸ਼ ਵਿੱਚ ਸ਼ਾਮਿਲ ਕਰ ਲਿਆ ਸੀ। ਯੂਕਰੇਨ ਨੇ ਨਾਲ ਹੀ 2 ਮਹੀਨਿਆਂ ਵਿੱਚ ਕ੍ਰੀਮੀਆ ਵਿੱਚ ਜਲ ਸੈਨਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਜ਼ਰਾਈਲ ਅਤੇ ਅੱਤਵਾਦੀ ਸਮੂਹ ਹਮਾਸ ਵਿਚਾਲੇ ਤਣਾਅ ਦਰਮਿਆਨ 에ਅਰ ਇੰਡੀਆ ਨੇ ਤਲ ਅਵੀਵ ਲਈ ਆਪਣੀਆਂ ਨਿਰਧਾਰਿਤ ਉਡਾਨਾਂ 30 ਨਵੰਬਰ ਤੱਕ ਮੁਲਤਵੀ ਕਰ ਦਿੱਤੀਆਂ ਨੇ। 에ਅਰਲਾਈਨ ਨੇ 7 ਅਕਤੂਬਰ ਤੋਂ ਤਲ ਅਵੀਵ ਲਈ ਕੋਈ ਨਿਰਧਾਰਿਤ ਉਡਾਨ ਨਹੀਂ ਚਲਾਈ। 에ਅਰਲਾਈਨ ਦੇ ਬੁਲਾਰੇ ਨੇ ਐਤਵਾਰ ਨੂੰ ਕਿਹਾ ਕਿ ਤਲ ਅਵੀਵ ਲਈ ਉਡਾਨਾਂ 30 ਨਵੰਬਰ ਤੱਕ ਮੁਅੱਤਲ ਕਰ ਦਿੱਤੀਆਂ ਗਈਆਂ ਨੇ। ਵੈਸੇ 에ਅਰਲਾਈਨਸ ਵੱਲੋਂ ਰਾਸ਼ਟਰੀ ਰਾਜਧਾਨੀ ਤੋਂ ਤਲ ਅਵੀਵ ਲਈ ਹਫ਼ਤੇ ਵਿੱਚ 5 ਉਡਾਨਾਂ ਸੋਮਵਾਰ, ਮੰਗਲਵਾਰ, ਵੀਰਵਾਰ, ਸ਼ਨੀਵਾਰ ਅਤੇ ਐਤਵਾਰ ਚਲਾਈਆਂ ਜਾਂਦੀਆਂ ਨੇ। ਪਿਛਲੇ ਮਹੀਨੇ 에ਅਰਲਾਈਨ ਨੇ ਇਜ਼ਰਾਈਲ ਤੋਂ ਵਾਪਸ ਆਉਣ ਦੀ ਇੱਛਾ ਰੱਖਣ ਵਾਲੇ ਭਾਰਤੀਆਂ ਨੂੰ ਲਿਆਉਣ ਲਈ ਸਰਕਾਰ ਦੇ ਆਪਰੇਸ਼ਨ ਅਜੇ ਤਹਿਤ ਰਾਸ਼ਟਰੀ ਰਾਜਧਾਨੀ ਤੋਂ ਤਲ ਅਵੀਵ ਲਈ ਕੁਝ ਚਾਰਟਰਡ ਉਡਾਨਾਂ ਚਲਾਈਆਂ ਸਨ। ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਦੇ ਕੁਝ ਸ਼ੈਲਰ ਮਾਲਕਾਂ ਵੱਲੋਂ ਕੁਝ ਆੜਤਾਂ ਦੀ ਕਥਿਤ ਮਿਲੀ ਭੁਗਤ ਨਾਲ ਕਿਸਾਨਾਂ ਦੀ ਜੀਰੀ ਸਿੱਧੇ ਸ਼ੈਲਰਾਂ ਵਿੱਚ ਲਗਵਾ ਕੇ ਜਿੱਥੇ ਕਿਸਾਨਾਂ ਦੀ ਕਥਿਤ ਲੁੱਟ-ਖਸੁੱਟ ਕੀਤੀ ਜਾ ਰਹੀ ਹੈ ਉੱਥੇ ਸਰਕਾਰ ਨੇ ਵੀ ਲੱਖਾਂ ਰੁਪਏ ਦਾ ਚੂਨਾ ਲਗਾਇਆ ਹੈ। ਇੱਕ ਸ਼ੈਲਰ ਮਾਲਕ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਪਰ ਇਹ ਗੱਲ ਕਬੂਲ ਕਰਦੇ ਹੋਏ ਦੱਸਿਆ ਕਿ ਜ਼ਿਲ੍ਹੇ ਦੇ ਕਈ ਸ਼ਹਿਰਾਂ ਦੇ ਆੜਤੀਆਂ ਵੱਲੋਂ ਉਹਨਾਂ ਦੀਆਂ ਦੁਕਾਨਾਂ ਤੇ ਆਈ ਝੋਨੇ ਦੀ ਟਰਾਲੀ ਵਾਲੇ ਕਿਸਾਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਇਸ ਵਿੱਚ 26% ਤੋਂ ਵੱਧ ਨਮੀ ਹੈ ਜਿਸ ਕਾਰਨ ਉਹਨਾਂ ਦੀ ਖਰੀਦ ਵਿੱਚ ਮੁਸ਼ਕਿਲ ਆਵੇਗੀ। ਇਸ ਤੇ ਉਹ ਕੱਟ ਲਗਾ ਜਿਨ੍ਹਾਂ ਦੀ ਇਹ ਟਰਾਲੀ ਮਾਰਕੀਟ ਕਮੇਟੀ ਦਾ ਗੇਟ ਪਾਸ ਬਦਲ ਕੇ ਸਿੱਧੀ ਸ਼ੈਲਰ ਵਿੱਚ ਭੇਜ ਦਿੰਦੇ ਨੇ। ਇਸ ਨਾਲ ਜਿੱਥੇ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਅੱਖਾਂ ਵਿੱਚ ਕੱਟਾ ਪਾਇਆ ਜਾ ਰਿਹਾ ਹੈ ਉੱਥੇ ਹੀ ਕਿਸਾਨਾਂ ਦੀ ਵੀ ਲੁੱਟ ਖਸੁੱਟ ਹੋ ਰਹੀ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਵਿਜੀਲੈਂਸ ਕੋਲੋਂ ਜਾਂਚ ਕਰਵਾ ਕੇ ਜ਼ਿੰਮੇਵਾਰ ਸ਼ੈਲਰ ਮਾਲਕਾਂ ਖਿਲਾਫ ਕੇਸ ਦਰਜ ਕੀਤਾ ਜਾਵੇ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ।